हाल दिल दा मैं सुनावा बैठ के कंढे नहर दे। हाल दिल दा मैं सुनावा बैठ के कंढे नहर दे। बचपने नू फिर जगावा बैठ के कंढे नहर दे। बचपने नू फिर जगावा बैठ के कंढे नहर दे। जिंदगी दे पेंडियां चों वक्त लैके दो घड़ी प्यार दा कोई गीत गावा बैठ के कंढे नहर दे। प्यार दा कोई गीत गावा बैठ के कंढे नहर दे। हाल दिल दा मैं सुनावा बैठ के कंढे नहर दे। अस्सलाम वालेकुम नाज़रीन, अज इस टीवी नू करो सबसक्राइब ते आओ मेरे नाल अज असी रल मिल के चलिए मोहतरम बशारत अहमद बशारत होरां दे कोल, जिन्हां ने पंजाबी दे एक खूबसूरत शेर लिखे और मैं वो पढ़ के तुहाडी खिदमत च पेश कीते। ते बशारत अहमद बशारत होरां कोलों पुछिए कि साडा पंजाब दा वो पुराना कल्चर की सी, उस दियां खूबसूरत रवायात किहड़ियां सन जिहड़ियां अज भी याद करके ते साडा दिल परेशान हो जाता है, क्योंकि अज वो रवायात वो खूबसूरतियां वो खूबसूरत कल्चर साडे पंजाब च शायद किते किते ही मिलता है, बल्कि किते भी नहीं मिलता। ते आओ मिलिए बशारत अहमद बशारत होरां नाल। बशारत साहब अस्सलामु अलैकुम वरहमतुल्लाहि वबरकातुहू। वालेकुम अस्सलाम। पंजाब पंजां दरियावां दी सोहनी धरती जरखेज़, जिहदे विच रेगिस्तान भी ने ते सोहणियां सोहणियां हरियां भरियां फसलां दा इलाका भी है, सरसब्ज़ मैदान भी ने ते इस धरती दे उत्ते भंगड़े पाउंदे 5 दरिया भी ने, जिन्हां नावां दी निस्बत दे नाल पंजाब है, यानी 5 दरियावां दी धरती। और इन्हां 5 दरियावां दा सरदार दरिया जिहड़ा है वो दरिया है चनाब। चनाब दा पुराना नाम चंद्रभागा है। चंद्रभागा यानी चन्न दे नसीब वाला, चन्न वर्गे नसीब वाला। इसे निस्बत दे नाल अजकल एक बस्ती या एक शहर जिहदा नाम चनाब नगर है, यानी चंद दे नसीब वाली बस्ती। ते गल हो रही सी पंजाब दी, पंजाब दियां सोहणियां कदरां दी। पंजाब दे लोग बेशुमार खूबियां दे मालक ने, आशिक मजाज ते प्यार करन वाले ते मुहब्बतां इन्हां दे विच कुट कुट के भरियां होईयां ने। असी बचपन दे विच देखदे सी कि 2 दिन दे वास्ते कोई मेहमान आउंदा सी ते 10-10 दिन ते 15-15 दिन फिर उन्होंने वापस नहीं सी जान देईदा। ये सिर्फ साडे घर दा हाल ही नहीं सी, बाकी भी दुनिया दे विच इहो रिवाज सी। फुफियां दा मिठा मिठा प्यार ते मासियां दा लाड लडाउंदा होया प्यार
ਤੇ ਭੈਣਾਂ ਦਾ ਤੇ ਵੀਰਾਂ ਦਾ ਸੁੱਚਾ ਸੱਚਾ ਮੁਹੱਬਤਾਂ ਵਾਲਾ ਪਿਆਰ, ਕਿਆ ਬਾਤ ਸੀ, ਲਾਜਵਾਬ ਤੇ ਬੇਮਿਸਾਲ। ਜਿੰਨਾ ਨਿੱਘ ਇਹਨਾਂ ਪਿਆਰਾਂ ਦੇ ਵਿੱਚ ਸੀ, ਮਾਂ ਤੇ ਪਿਆਰ ਕਰਨ ਦੇ ਵਿੱਚ ਸਰਦਾਰ ਨਹੀਂ ਹੈ ਨਾ, ਜਿੰਨਾ ਨਿੱਘ ਇਹਨਾਂ ਰਿਸ਼ਤਿਆਂ ਦੇ ਪਿਆਰ ਦੇ ਵਿੱਚ ਸੀ, ਸ਼ਾਇਦ ਹੀ ਦੁਨੀਆ ਦੇ ਵਿੱਚ ਇਹਦੀ ਕਿਤੇ ਮਿਸਾਲ ਮਿਲਦੀ ਹੋਵੇ। ਇਹ ਸੀ ਸਾਡਾ ਉਸ ਵਕਤ ਦਾ ਪੰਜਾਬ। ਹਰੀਆਂ ਭਰੀਆਂ ਫਸਲਾਂ, ਸਾਵਨ ਭਾਦੋਂ ਦੇ ਮੌਸਮ, ਅੰਬ ਜਾਮਨ ਦੀਆਂ ਸੌਗਾਤਾਂ ਜਿਹੜੀਆਂ ਦੁਨੀਆ ਦੇ ਵਿੱਚ ਘੱਟ ਹੀ ਪਾਈਆਂ ਜਾਂਦੀਆਂ ਨੇ। ਇਹਦੇ ਤੋਂ ਇਲਾਵਾ ਖੁੱਲ੍ਹੇ ਮੈਦਾਨ, ਰੇਗਿਸਤਾਨ ਤੇ ਵੱਲ ਖਾਂਦੀਆਂ ਪੱਕ ਡੰਡੀਆਂ ਤੇ ਨਹਿਰਾਂ ਦੇ ਵਿਛੇ ਹੋਏ ਜਾਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਦਿਲ ਮੋਹ ਲੈਂਦੀਆਂ ਸੀ। ਸਾਵਨ ਭਾਦੋਂ ਦਾ ਮਹੀਨੇ ਹੋਣ ਤੇ ਬਾਰਿਸ਼ ਹੁੰਦੀ ਹੋਵੇ, ਮੀਂਹ ਵਸਦਾ ਹੋਵੇ, ਤੇ ਕੋਈ ਬਦਨਸੀਬ ਹੀ ਹੁੰਦਾ ਸੀ ਜਿਹੜਾ ਉਸ ਵੇਲੇ ਬਾਰਿਸ਼ ਦੇ ਵਿੱਚ ਨਹੀਂ ਸੀ ਨਹਾਉਂਦਾ। ਸਾਡਾ ਬਚਪਨ ਤੇ ਇਸੇ ਤਰ੍ਹਾਂ ਹੀ ਗੁਜ਼ਰਿਆ, ਨਹਿਰਾਂ 'ਚ ਨਹਾਉਂਦਿਆਂ, ਬਾਰਿਸ਼ਾਂ ਦੇ ਵਿੱਚ ਨਹਾਉਂਦਿਆਂ, ਜਦੋਂ ਵੀ ਗਰਮੀਆਂ ਦੀਆਂ ਬਾਰਿਸ਼ਾਂ ਹੋਣੀਆਂ, ਸਕੂਲੋਂ ਆਉਣਾ, ਬਸਤਾ ਸੁੱਟਣਾ ਤੇ ਨਹਿਰ ਦੇ ਨਾਲ ਚਲੇ ਜਾਣਾ। ਅੱਧੀ ਅੱਧੀ ਰਾਤ ਤੱਕ ਮੁੰਡਿਆਂ ਦੇ ਨਾਲ ਲੁਕਣ ਮਿੱਟੀ ਖੇਡਦੇ ਮੁੰਡੇ ਤੇ ਕੁੜੀਆਂ ਦੇ ਨਾਲ ਖੇਡਦੀਆਂ ਕੁੜੀਆਂ ਦੀ ਕਿੱਕਲੀ ਦੀ ਆਵਾਜ਼ ਤੇ ਗਿੱਧੇ ਦੀ ਆਵਾਜ਼ ਜਿਹੜੀ ਸੀ, ਉਹ ਸਾਰੇ ਪਿੰਡ ਦੇ ਵਿੱਚ ਰੌਣਕਾਂ ਲਾਈ ਰੱਖਦੀ ਸੀ। ਤੇ ਸਿਆਣੇ ਬਜ਼ੁਰਗ ਜਿਹੜੇ ਸੀ, ਬਾਬੇ, ਉਹ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਕੋਲ ਬਿਠਾ ਕੇ ਸੋਹਣੀਆਂ ਸੋਹਣੀਆਂ ਨਸੀਹਤਾਂ ਜਿਹੜੀਆਂ ਸੀ ਉਹ ਕਰਦੇ ਸੀ। ਤੇ ਗੱਲਾਂ ਗੱਲਾਂ ਦੇ ਵਿੱਚ ਹੀ ਏਡੀਆਂ ਏਡੀਆਂ ਸੋਹਣੀਆਂ ਤੇ ਕੰਮ ਦੀਆਂ ਗੱਲਾਂ ਦੱਸ ਜਾਂਦੇ ਸੀ, ਜਿਹੜੀਆਂ ਅੱਜ ਕੱਲ੍ਹ ਬਾਜ਼ ਨੂੰ PhD ਕਰਕੇ ਵੀ ਸਿੱਖਣੀਆਂ ਨਸੀਬ ਨਹੀਂ ਹੁੰਦੀਆਂ। ਮਾਵਾਂ ਦਾ ਪਿਆਰ, ਸੁਬਾਹ ਉੱਠ ਕੇ ਦੁੱਧ ਰਿੜਕਦੀਆਂ ਮਾਵਾਂ ਤੇ ਚਾਟੀ ਦੀ ਗਰ ਗਰ ਦੀ ਆਵਾਜ਼ ਜਿਹੜੀ ਸੀ ਉਹ ਪੂਰੇ ਪਿੰਡ ਨੂੰ ਜਗਾ ਦਿੰਦੀ ਸੀ। ਤੇ ਸਰਦੀਆਂ ਹੋਣ ਜਾਂ ਗਰਮੀਆਂ, ਅਕਸਰ ਮਾਵਾਂ ਨੇ ਪੁੱਤਰਾਂ ਨੂੰ ਜਗਾਉਣਾ ਤੇ ਉੱਠਦਿਆਂ ਹੀ ਪਹਿਲੇ ਉਹਨਾਂ ਨੂੰ ਹਦਰਿੜਕਾ ਜਿਹੜਾ ਉਹ ਪਿਆਲਣਾ। ਹਦਰਿੜਕਾ ਉਹਨੂੰ ਕਹਿੰਦੇ ਨੇ ਜਦੋਂ ਉਹਦੇ ਵਿੱਚੋਂ ਲੱਸੀ 'ਚੋਂ ਮੱਖਣ ਨਹੀਂ ਕੱਢਿਆ ਹੁੰਦਾ, ਤੇ ਥੋੜ੍ਹੀ ਦੇਰ ਹੋ ਜਾਣੀ ਤੇ ਫਿਰ ਉਹਦੇ ਨਾਲ ਮੱਖਣ ਦਾ ਪੇੜਾ ਵੀ ਛੋਟਾ ਜਿਹਾ ਹੱਥ ਦੇ ਉੱਤੇ ਰੱਖ ਕੇ ਤੇ ਲੈ ਆਉਣਾ, ਤੇ ਨਾਲ ਲੱਸੀ ਦਾ ਗਲਾਸ ਜਿਹੜਾ ਉਹ ਵੀ ਮਾਂ ਦੇ ਹੱਥ ਵਿੱਚ ਹੋਣਾ। ਇਹਦੇ ਤੋਂ ਸੁਬਹ ਦੀ ਇਬਤਦਾ ਹੁੰਦੀ ਸੀ। ਰੱਬ ਦਾ ਜ਼ਿਕਰ ਹੋਣਾ, ਨਮਾਜ਼ਾਂ ਤੇ ਇਬਾਦਤਾਂ ਤੇ ਅਜ਼ਾਨਾਂ, ਇਹ ਸਾਰਾ ਕੁਝ ਸੋਹਣਾ ਤੇ ਪੰਜਾਬ ਦੀ ਸ਼ਾਨ ਦਾ ਇੱਕ ਹਿੱਸਾ ਸੀ। ਇਨਸਾਨ ਕਿਤੇ ਵੀ ਚਲੇ ਜਾਵੇ, ਕਿੰਨੀ ਵੀ ਤਰੱਕੀ ਕਰ ਜਾਏ, ਲੇਕਿਨ ਉਹ ਬਚਪਨ ਦੀਆਂ ਖੂਬਸੂਰਤ ਯਾਦਾਂ ਜਿਹੜੀਆਂ ਨੇ ਉਹ ਉਹਦਾ ਪਿੱਛਾ ਨਹੀਂ ਛੱਡਦੀਆਂ। ਅਸਲ 'ਚ ਉਹੀ ਸੋਹਣੀਆਂ ਯਾਦਾਂ ਤੇ ਸੋਹਣੀਆਂ ਕਦਰਾਂ ਜਿਹਦੇ ਵਿੱਚ ਉਹਦਾ ਬਚਪਨ ਗੁਜ਼ਰਿਆ ਹੁੰਦਾ ਹੈ, ਉਹੀ ਉਹਦੀ ਜ਼ਿੰਦਗੀ ਦਾ ਸਰਮਾਇਆ ਹੁੰਦਾ ਹੈ। ਬਾਕੀ ਤੇ ਮਟੀਰੀਅਲ ਹੈ ਸਾਰਾ, ਉਹ ਤੇ ਨਾ ਇਨਸਾਨ ਨਾਲ ਲੈ ਕੇ ਆਉਂਦਾ ਹੈ ਤੇ ਨਾ ਹੀ ਕਿਸੇ ਦੇ ਨਾਲ ਜਾਂਦਾ ਹੈ। ਪੰਜਾਬ ਦੇ ਲੋਕ ਇਸ ਗੱਲ ਦਾ ਅਦਰਾਕ ਰੱਖਦੇ ਨੇ, ਇੰਨੀ ਅਕਲ ਰੱਖਦੇ ਨੇ, ਸੂਝ ਬੁੱਝ ਰੱਖਦੇ ਨੇ ਕਿ ਉਹ ਰੱਬ ਦੀ ਦਿੱਤੀ ਹੋਈ ਦੌਲਤ ਨੂੰ ਖਲਕੇ ਖੁਦਾ ਦੇ ਉੱਤੇ ਵੀ ਖਰਚ ਕਰਨ ਦਾ ਚੱਜ ਰੱਖਦੇ ਨੇ, ਤੇ ਉਹਦੇ ਨਾਲ ਉਹ ਮਹਿਮਾਨ ਨਵਾਜ਼ੀ ਵੀ ਕਰਦੇ ਨੇ, ਤੇ ਖੁੱਲ੍ਹੇ ਦਿਲ ਦੇ ਨਾਲ ਯਾਰਾਂ ਬੇਲੀਆਂ ਦੇ ਉੱਤੇ ਵੀ ਖਰਚ ਕਰਦੇ ਨੇ, ਤੇ ਗਰੀਬ ਦੀ ਮਦਦ ਜਿਹੜੀ ਹੈ ਉਹ ਵੀ ਕਰਦੇ ਨੇ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਅਸੀਂ ਜਦੋਂ ਬਚਪਨ ਛੋਟੇ ਹੁੰਦੇ ਸਾਂ ਤੇ ਕਿਸੇ ਗਰੀਬ ਦਾ ਕੋਠਾ ਢਹਿ ਜਾਂਦਾ ਸੀ, ਜਦੋਂ ਕਿ ਅਕਸਰ ਮਕਾਨ ਕੱਚੇ ਹੁੰਦੇ ਸੀ, ਤੇ ਸਾਰਿਆਂ ਲੋਕਾਂ ਨੇ, ਯਾਨੀ ਸਾਰਿਆਂ ਤੋਂ ਮੁਰਾਦ ਉਸ ਮੁਹੱਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਤੇ ਕਹਾਣੀ ਕਰਨੀ, ਮਿੱਟੀ ਦੇ ਵਿੱਚ ਪਾਣੀ ਪਾ ਕੇ, ਤੂੜੀ ਪਾ ਕੇ, ਇਹ ਉਹ, ਤੇ ਬਗੈਰ ਇੱਟਾਂ ਤੋਂ ਵੀ ਉਹ ਮਕਾਨ ਜਿਹੜਾ ਸੀ ਉਹ ਬਣ ਜਾਂਦਾ ਸੀ। ਤੇ ਫਿਰ ਕੱਚੀਆਂ ਇੱਟਾਂ ਮੰਗਵਾ ਕੇ ਮੁਯੱਸਰ ਆ ਜਾਣੀਆਂ ਤੇ ਇੱਕ ਦਿਨ ਦੇ ਵਿੱਚ ਗਰੀਬ ਦਾ ਕੋਠਾ ਬਣ ਜਾਂਦਾ ਸੀ, ਤੇ ਉਹਦੇ ਉੱਤੇ ਛਤੀਰ ਜਾਂ ਬਾਲੇ ਰੱਖ ਕੇ ਤੇ ਸ਼ਾਮ ਨੂੰ ਉਹਦੇ 'ਚੋਂ ਗਰੀਬ ਆਦਮੀ ਜਿਹੜਾ ਸੀ ਜਾਂ ਉਹ ਫੈਮਿਲੀ ਜਿਹੜੀ ਸੀ ਉਹ ਸੋ ਜਾਂਦੀ ਸੀ।
ਔਰ ਉਹਦੇ ਵਾਸਤੇ ਉਹਨੂੰ ਕੋਈ ਲੰਮਾ ਚੌੜਾ ਖਰਚਾ ਜਿਹੜਾ ਉਹ ਨਹੀਂ ਸੀ ਕਰਨਾ ਪੈਂਦਾ। ਇਸ ਤਰ੍ਹਾਂ ਦਾ ਕਲਚਰ ਸੀ ਅਤੇ ਇਸ ਤਰ੍ਹਾਂ ਦੇ ਨਾਲ ਪਿੰਡ ਦੇ ਲੋਕ ਜਿਹੜੇ ਸੀ ਉਹ ਇੱਕ ਦੂਸਰੇ ਦੀ ਮਦਦ ਕਰਦੇ ਸੀ। ਫਿਰ ਜ਼ਿਮੀਂਦਾਰਾਂ ਦੇ ਮਾਮਲੇ ਦੇ ਵਿੱਚ ਵੀ ਕਣਕ ਵੱਢਣ ਵਾਸਤੇ ਬਗੈਰ ਕੀਮਤ ਤੋਂ ਹੀ ਲੋਕੀ ਇੱਕ ਦੂਸਰੇ ਦੀ ਮਦਦ ਜਿਹੜੀ ਉਹ ਕਰ ਦਿੰਦੇ ਸੀ। ਹੋਰ ਜਿੰਨੇ ਵੀ ਪਿੰਡਾਂ ਦੇ ਵਿੱਚ ਛੋਟੇ ਮੋਟੇ ਕੰਮ ਹੁੰਦੇ ਸੀ, ਇਜਤਮਾਈ ਕੰਮ ਸਾਰੇ ਮਿਲ ਕੇ ਕਰ ਲੈਂਦੇ ਸੀ। ਕਿਸੇ ਬਾਜ਼ਾਰ ਦੇ ਵਿੱਚ ਕੋਈ ਮਿੱਟੀ ਪਾਣੀ ਹੈ, ਉੱਚਾ ਨੀਵਾਂ ਹੈ ਜਾਂ ਨੀਂਹ ਕੁਛ ਹੋਰ ਮਸਲਾ ਹੈ ਤੇ ਉਹ ਮਿਲ ਕੇ ਕਰ ਲੈਂਦੇ ਸੀ। ਨਾਲੀਆਂ ਦੇ ਪੈਸੇ ਇਕੱਠੇ ਕਰਕੇ ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਤ ਜਿਹੜਾ ਸੀ ਉਹ ਕਰ ਲੈਂਦੇ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜਿਹੜੇ ਸੀ ਉਹ ਲੋਕੀ ਖੁਦ ਕਰਦੇ ਸੀ। ਸਾਰੇ ਪਿੰਡ ਦੇ ਬਾਬੇ ਜਿਹੜੇ ਸੀ ਤੇ ਵੱਡੇ ਜਿਹੜੇ ਹੁੰਦੇ ਸੀ ਚਾਚੇ ਤਾਇਆਂ ਦੀ ਉਮਰ ਦੇ, ਉਹ ਨੌਜਵਾਨਾਂ ਦੇ ਉੱਤੇ ਜਿਹੜੇ ਸੀ ਉਹ ਨਿਗਰਾਨ ਹੁੰਦੇ ਸੀ। ਇਸੇ ਤਰ੍ਹਾਂ ਹੀ ਧੀਆਂ ਦੇ ਉੱਤੇ ਪਿੰਡ ਦੇ ਲੋਕ ਜਿਹੜੇ ਸੀ ਤੇ ਮਾਈਆਂ ਜਿਹੜੀਆਂ ਸੀ ਹੁੰਦੀਆਂ ਉਹ ਨਿਗਰਾਨ ਹੁੰਦੀਆਂ ਸੀ। ਤੇ ਨੌਜਵਾਨ ਜਿਹੜੇ ਸੀ ਉਹਨਾਂ ਬਜ਼ੁਰਗਾਂ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣ ਕੇ ਪ੍ਰਵਾਨ ਚੜ੍ਹਦੇ ਸੀ ਤੇ ਜਵਾਨ ਹੁੰਦੇ ਸੀ। ਗੱਲ ਤੇ ਲੰਮੀ ਹੈ, ਲੇਕਿਨ ਇਹਦੇ 'ਚ ਮੈਂ 2-3 ਗੁਜ਼ਰੇ ਬਚਪਨ ਦੀਆਂ ਚੰਦ ਗੱਲਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸ਼ੇਅਰਾਂ ਦੀ ਸੂਰਤ ਦੇ ਵਿੱਚ। ਉਹ ਗੱਲਾਂ ਉਹ ਵਕਤ ਯਾਦ ਆਉਂਦਾ ਹੈ ਤੇ ਫਿਰ ਥੋੜ੍ਹਾ ਜਿਹਾ ਬੰਦਾ ਉਦਾਸ ਤੇ ਹੋ ਹੀ ਜਾਂਦਾ ਹੈ। ਗਵਾਚਾ ਬਚਪਨ। ਇਨਸਾਨ ਇੱਜ਼ਤਾਂ ਕਮਾ ਲੇ, ਦੌਲਤ ਕਮਾ ਲੇ, ਜੋ ਮਰਜ਼ੀ ਕਮਾ ਲੇ, ਕਿਤੇ ਚਲਾ ਜਾਏ, ਚੰਨ 'ਤੇ ਚਲਾ ਜਾਏ, ਤਾਰਿਆਂ 'ਤੇ ਚਲਾ ਜਾਏ, ਲੇਕਿਨ ਉਹ ਗਵਾਚਾ ਬਚਪਨ ਜਿਹੜਾ ਹੈ ਨਾ ਉਹ ਹਰ ਇੱਕ ਨੂੰ ਯਾਦ ਆਉਂਦਾ ਹੈ ਤੇ ਉਹਦੀ ਕਮੀ ਜਿਹੜੀ ਉਹ ਮਹਿਸੂਸ ਹੁੰਦੀ ਹੈ। ਬਚਪਨ ਖੋਇਆ ਬਸਤਾ ਖੋਇਆ, ਖੋਏ ਕਲਮ ਦਵਾਤਾ। ਬਚਪਨ ਖੋਇਆ ਬਸਤਾ ਖੋਇਆ, ਖੋਏ ਕਲਮ ਦਵਾਤਾ। ਮੇਰੇ ਕੋਲੋਂ ਵੇਲੇ ਖੋਈਆਂ, ਲੁਕਣ ਮਿੱਟੀ ਦੀਆਂ ਰਾਤਾਂ। ਨੰਗੇ ਪੈਰ ਤੇ ਨੰਗਾ ਪਿੰਡਾ, ਸਾਵਣ ਦੇ ਵਿੱਚ ਠਰਦਾ। ਨੰਗੇ ਪੈਰ ਤੇ ਨੰਗਾ ਪਿੰਡਾ, ਸਾਵਣ ਦੇ ਵਿੱਚ ਠਰਦਾ। ਮੇਰੇ ਵਿੱਚ ਗਵਾਚਾ ਬੱਚਾ, ਪਾਣੀ ਉੱਤੇ ਤਰਦਾ। ਉਮਰ ਹਨੇਰੀ ਖੋ ਕੇ ਲੈ ਗਈ, ਤੋਤਲੀਆਂ ਉਹ ਬਾਤਾਂ। ਬਚਪਨ ਖੋਇਆ ਬਸਤਾ ਖੋਇਆ, ਖੋਏ ਕਲਮ ਦਵਾਤਾ। ਵਾਂਗ ਪਖੇਰੂ ਅੰਬ ਜਾਮਨ ਦੀ, ਟਹਿਣੀ ਟਹਿਣੀ ਫਿਰਦਾ। ਬੇਰੀ ਨੂੰ 100 ਵੱਟਾ ਦੇਂਦਾ, ਫਿਰ ਇੱਕ ਬੇਰ ਸਿਕਿਰਦਾ। ਬੇਰ ਤੇ ਢੇਰੀ ਹੋ ਕੇ ਯਾਰਾਂ ਮੈਨੂੰ ਦਿੱਤੀਆਂ ਮਾਤਾਂ। ਤੇ ਬਚਪਨ ਖੋਇਆ ਬਸਤਾ ਖੋਇਆ, ਖੋਏ ਕਲਮ ਦਵਾਤਾ। ਜੁੱਤੀ ਵਿੱਚ ਪਟਾਖੇ ਛੱਡਦਾ, ਧੋਤੀ ਅੰਦਰ ਸ਼ੁਰਲੀ। ਜੁੱਤੀ ਵਿੱਚ ਪਟਾਖੇ ਛੱਡਦਾ, ਧੋਤੀ ਅੰਦਰ ਸ਼ੁਰਲੀ। ਕਿਸੇ ਦਾ ਗੱਡਾ ਪੁੱਠਾ ਕਰਦਾ, ਕਿਸੇ ਦੀ ਉਲਟੀ ਖੁਰਲੀ। ਕੋਠੀ ਕਾਰ 'ਚ ਮਰੀਆਂ ਯਾਰੋ, ਸਾਡੀਆਂ ਖੇਡ ਸੌਗਾਤਾਂ। ਤੇ ਬਚਪਨ ਖੋਇਆ ਬਸਤਾ ਖੋਇਆ, ਖੋਏ ਕਲਮ ਦਵਾਤਾ। ਈਦਾਂ ਉੱਤੇ ਤੰਬੀ ਝੱਗਾ, ਨਾਲੇ 2-2 ਆਨੇ। ਤੇ ਸਭ ਨੇ ਗੋਦੀ ਵਿੱਚ ਬਿਠਾ ਕੇ, ਰੱਜ ਰੱਜ ਪਿਆਰ ਜਤਾਣੇ। ਨਵੀਂ ਤਰੱਕੀ ਖੋ ਕੇ ਲੈ ਗਈ, ਪਿਆਰ ਦੀਆਂ ਬਰਸਾਤਾਂ। ਬਚਪਨ ਖੋਇਆ ਬਸਤਾ ਖੋਇਆ, ਖੋਏ ਕਲਮ ਦਵਾਤਾ।